कि ਜਿਹੜਾ ਅਸੀਂ ਆਮ ਤੌਰ ਤੇ ਮਾਰਕੀਟ ਬੜੀ ਦੇਰ ਦੇ ਦੇਖਦੇ ਆ ਰਹੇ ਕਿ ਦਵਾਈਆਂ ਦੇ ਰੇਟ ਬਹੁਤ ਜ਼ਿਆਦਾ ਹੁੰਦੇ ਆ। ਦਵਾਈਆਂ ਦੇ MRP ਉਹਨਾਂ ਦੀ ਐਕਚੁਅਲ ਕੀਮਤ ਨਾਲੋਂ ਬਹੁਤ ਜ਼ਿਆਦਾ ਹੁੰਦੇ ਆ। ਸੋ ਇਹਨੂੰ ਲੈ ਕੇ ਅੱਜ MLAs ਔਰ ਅਲੱਗ-ਅਲੱਗ ਐਕਸਪਰਟਸ ਦੇ ਨਾਲ ਇੱਕ ਵੱਡੀ ਡਿਸਕਸ਼ਨ ਹੋਈ ਹੈ। ਉਹਦੇ ਚੋਂ ਇਹ ਨਿਕਲ ਕੇ ਸਾਹਮਣੇ ਆਇਆ ਕਿ ਸਾਡੇ ਮੁਲਕ ਦੇ ਵਿੱਚ ਜਿਹੜਾ ਡਰੱਗਸ ਦੀ ਪ੍ਰਾਈਸਿੰਗ ਨੂੰ ਲੈ ਕੇ ਸਫੀਸ਼ੀਐਂਟ ਜਿਹੜਾ ਲੈਜਿਸਲੇਸ਼ਨ ਹੈ ਉਹ ਹੁਣ ਤੱਕ ਨਹੀਂ ਹੈ। ਜਿਹੜੀਆਂ ਡਰੱਗਸ ਦੇ ਪ੍ਰਾਈਸਿਸ ਕੰਟਰੋਲ ਕੀਤੇ ਜਾਂਦੇ ਆ ਗਵਰਨਮੈਂਟ ਆਫ ਇੰਡੀਆ ਦੇ ਡਿਪਾਰਟਮੈਂਟ ਵੱਲੋਂ ਜਿਹੜਾ ਡਰੱਗਸ ਪ੍ਰਾਈਸ ਕੰਟਰੋਲ ਆਰਡਰ ਜਾਰੀ ਕੀਤਾ ਜਾਂਦਾ ਉਹ ਸਿਰਫ ਜਿਹੜੀਆਂ ਸ਼ਡਿਊਲਡ ਡਰੱਗਸ ਨੇ ਜਿਹੜੀਆਂ ਉਹ ਸਿਰਫ ਉਹਨਾਂ ਦੇ ਜਿਹੜੇ ਪ੍ਰਾਈਸਿਸ ਹੈ ਉਹ ਕੰਟਰੋਲ ਕੀਤੇ ਜਾਂਦੇ ਆ। ਬਟ ਉਹਨਾਂ ਤੋਂ ਬਿਨਾਂ ਜਿਹੜੀਆਂ ਦੂਜੀਆਂ ਹਜ਼ਾਰਾਂ ਹੀ ਜਿਹੜੀਆਂ ਸ਼ਡਿਊਲਡ ਨਹੀਂ ਹੈ ਉਹਨਾਂ ਦੇ ਜਿਹੜੇ ਪ੍ਰਾਈਸਿਸ ਹੈ ਉਹ ਕੰਟਰੋਲ ਨਹੀਂ ਕੀਤੇ ਜਾਂਦੇ। ਜਿਹੜੀ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਹੈ ਉਹਦਾ ਇਹਦੇ 'ਚ ਬੜਾ ਅਹਿਮ ਰੋਲ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਇਹਦੇ ਚੰਗਾ ਰੋਲ ਪਲੇ ਕਰ ਸਕਦੀ ਹੈ, ਜਿਹੜਾ ਕਿ ਨਹੀਂ ਕਰ ਰਹੀ ਹੈ। ਉਹਨਾਂ ਨੂੰ ਰੋਲ ਉਹਦੇ 'ਚ ਪਲੇ ਕਰਨਾ ਚਾਹੀਦਾ। ਜਿਹੜੀਆਂ ਸ਼ਡਿਊਲਡ ਡਰੱਗਸ ਨੇ ਉਹਨਾਂ ਦੇ ਵਿੱਚ ਤਾਂ 16% ਤੱਕ ਕਹਿੰਦੇ ਮਾਰਜਨ ਹੋ ਸਕਦਾ। ਇਟ ਮੀਨਸ ਅਸੀਂ ਜਿਹੜੀਆਂ ਸ਼ਡਿਊਲ ਨਹੀਂ ਹੈ ਉਹਨਾਂ ਨੂੰ ਅਸੀਂ ਫਿਰ ਖੁੱਲੇ ਛੱਡ ਤੱਕ 16% ਤੋਂ ਜ਼ਿਆਦਾ ਜਿੰਨਾ ਮਰਜ਼ੀ ਉਹਦੇ 'ਚ ਜਿਹੜਾ ਉਹ ਪ੍ਰੋਫਿਟਿੰਗ ਜਾਂ ਲੁੱਟ ਹੈ ਲੋਕਾਂ ਦੀ ਕਰ ਸਕਣ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਔਰ ਖਾਸ ਦੂਜਾ ਇੱਕ ਪੱਖ ਇਹ ਵੀ ਹੈ ਕਿ ਜਿਹੜੀਆਂ ਜਨਰਿਕ ਮੈਡੀਸਿਨ ਹੈ ਉਹ ਹੋਰ ਜ਼ਿਆਦਾ ਪ੍ਰਮੋਟ ਹੋਣੀਆਂ ਚਾਹੀਦੀਆਂ। ਜਨਰਿਕ ਮੈਡੀਸਿਨ ਹੋਰ ਜ਼ਿਆਦਾ ਤਾਂ ਪ੍ਰਮੋਟ ਹੋ ਸਕਦੀਆਂ ਜੇਕਰ ਉਹਨਾਂ ਤੇ ਹੋਰ ਜ਼ਿਆਦਾ ਕੁਆਲਿਟੀ ਚੈੱਕ ਹੋਵੇ ਔਰ ਉਹਨਾਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣੇ। ਫਿਰ ਦੂਜੀਆਂ ਜਿਹੜੀਆਂ ਬ੍ਰਾਂਡਡ ਮੈਡੀਸਿਨ ਹੈ ਉਹਨਾਂ ਦੀ ਜਗ੍ਹਾ ਤੇ ਜਨਰਿਕ ਮੈਡੀਸਿਨ ਉਹਨਾਂ ਦੀ ਥਾਂ ਤਾਂ ਲੈ ਸਕਦੀਆਂ ਨੇ ਜੇਕਰ ਉਹਨਾਂ ਦਾ ਪ੍ਰੋਪਰ ਟਾਈਮ ਟੂ ਟਾਈਮ ਕੁਆਲਿਟੀ ਚੈੱਕ ਜਿਹੜਾ ਹੋਵੇ, ਲੋਕਾਂ ਦਾ ਉਹਨਾਂ 'ਚ ਫੇਥ ਬਣੇ। ਕਦੋਂ ਤੱਕ ਫਿਰ ਇਹ ਕੁਆਲਿਟੀ ਚੈੱਕ ਦੇ ਬਾਅਦ ਕਦੋਂ ਕਿੰਨੇ ਟਾਈਮ ਪੀਰੀਅਡ ਦੇ ਵਿੱਚ ਇਹ ਚੀਜ਼ਾਂ ਇੰਪਲੀਮੈਂਟ ਹੋ ਸਕਦੀਆਂ ਨੇ ਗਰਾਊਂਡ ਲੈਵਲ? ਅੱਜ ਦੀ ਜਿਹੜੀ ਮੀਟਿੰਗ ਹੈ ਉਹ ਡਿਸਕਸ਼ਨ ਸੀਗੀ। ਇਹ ਡਿਸਕਸ਼ਨ ਜਿਹੜੀ ਉਹ ਡਿਪਾਰਟਮੈਂਟ ਦੇ ਹੈਲਥ ਡਿਪਾਰਟਮੈਂਟ ਦੇ ਬੰਦੇ ਵੀ ਸੀਗੇ ਕਿ ਜੋ ਤਾਂ ਸਟੇਟ ਗਵਰਨਮੈਂਟ ਦੇ ਪਾਰਟ ਤੇ ਕਰਨ ਵਾਲਾ ਹੈ ਕੁਆਲਿਟੀ ਚੈੱਕ ਵਾਲਾ, ਉਹ ਤਾਂ ਸਟੇਟ ਗਵਰਨਮੈਂਟ ਨੇ ਸ਼ੁਰੂ ਵੀ ਆਲਰੇਡੀ ਕੀਤਾ ਹੋਇਆ ਤੇ ਅੱਗੇ ਹੋਰ ਤੇਜ਼ੀ ਨਾਲ ਇਹਨੂੰ ਕਰ ਵੀ ਲਏਗੀ। ਜਿੱਥੋਂ ਤੱਕ ਪ੍ਰਾਈਸਿੰਗ ਦੀ ਗੱਲ ਹੈ, ਪ੍ਰਾਈਸਿੰਗ ਦੇ ਵਿੱਚ ਜਿਹੜਾ ਵੱਡਾ ਰੋਲ ਹੈ ਉਹ ਨੈਸ਼ਨਲ ਲੈਵਲ ਦਾ ਹੈ, ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਦਾ। ਤੇ ਜਿਹੜੇ ਨੈਸ਼ਨਲ ਲੈਵਲ ਤੇ ਜ਼ਿਆਦਾ ਰੋਲ ਹੈ ਉਹ ਸਟੇਟ ਗਵਰਨਮੈਂਟ ਦਾ, ਉਹਦੇ 'ਚ ਬਹੁਤ ਘੱਟ ਰੋਲ ਹੈ। क्या स्टेट गवर्नमेंट ਨੂੰ ਤੁਸੀਂ ਕਹਿ ਰਹੇ ਹੋ ਕਿ ਹਾਂ ਨੈਸ਼ਨਲ ਲੈਵਲ ਤੇ ਅਪਰੋਚ ਕੀਤੀ ਜਾਏ ਤਾਂ ਕਿ ਦਵਾਈਆਂ ਜਿਹੜੀਆਂ ਨੇ ਉਹ ਫਿਕਸ ਹੋ ਸਕਣ, ਉਸ ਕ੍ਰਾਈਟੇਰੀਆ ਦੇ ਵਿੱਚ ਆ ਸਕਣ ਜਿੱਥੇ ਲੋਕਾਂ ਨੂੰ ਰਾਹਤ ਮਿਲੇ? ਬਹੁਤ ਸਾਰੇ ਮੈਂਬਰਸ ਨੇ ਇਹੀ ਰਿਕਮੈਂਡ ਕੀਤਾ ਕਿ ਇਹਦੇ ਬਾਰੇ ਜਿਹੜਾ ਉਹ ਸਟੇਟ ਉਹ ਨੈਸ਼ਨਲ ਜਿਹੜੀ ਸਾਡੀ ਗਵਰਨਮੈਂਟ ਆਫ ਇੰਡੀਆ ਹੈ ਉਹਨੂੰ ਇਹਦੇ ਬਾਰੇ ਸਟੈਪਸ ਚੱਕਣੇ ਚਾਹੀਦੇ ਆ। ਔਰ ਡਰੱਗਸ ਦੇ ਜਿਹੜੇ ਪ੍ਰਾਈਸ ਹੈ, ਮੈਡੀਸਿਨ ਦੇ ਪ੍ਰਾਈਸ ਹੈ ਉਹ ਕੰਟਰੋਲ ਕਰਨ ਦੇ ਲਈ ਉਹਨਾਂ ਨੂੰ ਸਟੈਪਸ ਚੱਕਣੇ ਚਾਹੀਦੇ ਆ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੂੰ ਇਹਦੇ ਬਾਰੇ ਹੋਰ ਜ਼ਿਆਦਾ ਐਕਟਿਵ ਹੋਣਾ ਚਾਹੀਦਾ। ਕੋਈ ਲਿਖਣ ਜਾ ਰਹੇ ਉਹਨਾਂ ਨੂੰ ਲੈਟਰ ਵਗੈਰਾ ਜਾਂ ਕੋਈ ਅਪਰੋਚ? ਇਹ ਸਪੀਕਰ ਸਾਹਿਬ ਦੀ ਹਾਜ਼ਰੀ ਡਿਸਕਸ਼ਨ ਹੋਈ ਹੈ ਕਿ ਉਹਨੂੰ ਸੁਣਨ ਤੋਂ ਬਾਅਦ ਜੋ ਵੀ ਕਰਨਾ ਬਣਦਾ ਹੋਇਆ ਉਹ ਕੀਤਾ ਜਾਏਗਾ। ਕਿ ਜਿਹੜਾ ਅਸੀਂ ਆਮ ਤੌਰ ਤੇ ਮਾਰਕੀਟ ਬੜੀ ਦੇਰ ਦੇ ਦੇਖਦੇ ਆ ਰਹੇ ਕਿ ਦਵਾਈਆਂ ਦੇ ਰੇਟ ਬਹੁਤ ਜ਼ਿਆਦਾ ਹੁੰਦੇ ਆ। ਦਵਾਈਆਂ ਦੇ MRP ਉਹਨਾਂ ਦੀ ਐਕਚੁਅਲ ਕੀਮਤ ਨਾਲੋਂ ਬਹੁਤ ਜ਼ਿਆਦਾ ਹੁੰਦੇ ਆ। ਸੋ ਇਹਨੂੰ ਲੈ ਕੇ ਅੱਜ MLAs ਔਰ ਅਲੱਗ-ਅਲੱਗ ਐਕਸਪਰਟਸ ਦੇ ਨਾਲ ਇੱਕ ਵੱਡੀ ਡਿਸਕਸ਼ਨ ਹੋਈ ਹੈ। ਉਹਦੇ ਚੋਂ ਇਹ ਨਿਕਲ ਕੇ ਸਾਹਮਣੇ ਆਇਆ ਕਿ ਸਾਡੇ ਮੁਲਕ ਦੇ ਵਿੱਚ ਜਿਹੜਾ ਡਰੱਗਸ ਦੀ ਪ੍ਰਾਈਸਿੰਗ ਨੂੰ ਲੈ ਕੇ ਸਫੀਸ਼ੀਐਂਟ ਜਿਹੜਾ ਲੈਜਿਸਲੇਸ਼ਨ ਹੈ ਉਹ ਹੁਣ ਤੱਕ ਨਹੀਂ ਹੈ। ਜਿਹੜੀਆਂ ਡਰੱਗਸ ਦੇ ਪ੍ਰਾਈਸਿਸ ਕੰਟਰੋਲ ਕੀਤੇ ਜਾਂਦੇ ਆ ਗਵਰਨਮੈਂਟ ਆਫ ਇੰਡੀਆ ਦੇ ਡਿਪਾਰਟਮੈਂਟ ਵੱਲੋਂ ਜਿਹੜਾ ਡਰੱਗਸ ਪ੍ਰਾਈਸ ਕੰਟਰੋਲ ਆਰਡਰ ਜਾਰੀ ਕੀਤਾ ਜਾਂਦਾ ਉਹ ਸਿਰਫ ਜਿਹੜੀਆਂ ਸ਼ਡਿਊਲਡ ਡਰੱਗਸ ਨੇ ਜਿਹੜੀਆਂ ਉਹ ਸਿਰਫ ਉਹਨਾਂ ਦੇ ਜਿਹੜੇ ਪ੍ਰਾਈਸਿਸ ਹੈ ਉਹ ਕੰਟਰੋਲ ਕੀਤੇ ਜਾਂਦੇ ਆ। ਬਟ ਉਹਨਾਂ ਤੋਂ ਬਿਨਾਂ ਜਿਹੜੀਆਂ ਦੂਜੀਆਂ ਹਜ਼ਾਰਾਂ ਹੀ ਜਿਹੜੀਆਂ ਸ਼ਡਿਊਲਡ ਨਹੀਂ ਹੈ ਉਹਨਾਂ ਦੇ ਜਿਹੜੇ ਪ੍ਰਾਈਸਿਸ ਹੈ ਉਹ ਕੰਟਰੋਲ ਨਹੀਂ ਕੀਤੇ ਜਾਂਦੇ। ਜਿਹੜੀ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਹੈ ਉਹਦਾ ਇਹਦੇ 'ਚ ਬੜਾ ਅਹਿਮ ਰੋਲ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਇਹਦੇ ਚੰਗਾ ਰੋਲ ਪਲੇ ਕਰ ਸਕਦੀ ਹੈ, ਜਿਹੜਾ ਕਿ ਨਹੀਂ ਕਰ ਰਹੀ ਹੈ। ਉਹਨਾਂ ਨੂੰ ਰੋਲ ਉਹਦੇ 'ਚ ਪਲੇ ਕਰਨਾ ਚਾਹੀਦਾ। ਜਿਹੜੀਆਂ ਸ਼ਡਿਊਲਡ ਡਰੱਗਸ ਨੇ ਉਹਨਾਂ ਦੇ ਵਿੱਚ ਤਾਂ 16% ਤੱਕ ਕਹਿੰਦੇ ਮਾਰਜਨ ਹੋ ਸਕਦਾ। ਇਟ ਮੀਨਸ ਅਸੀਂ ਜਿਹੜੀਆਂ ਸ਼ਡਿਊਲ ਨਹੀਂ ਹੈ ਉਹਨਾਂ ਨੂੰ ਅਸੀਂ ਫਿਰ ਖੁੱਲੇ ਛੱਡ ਤੱਕ 16% ਤੋਂ ਜ਼ਿਆਦਾ ਜਿੰਨਾ ਮਰਜ਼ੀ ਉਹਦੇ 'ਚ ਜਿਹੜਾ ਉਹ ਪ੍ਰੋਫਿਟਿੰਗ ਜਾਂ ਲੁੱਟ ਹੈ ਲੋਕਾਂ ਦੀ ਕਰ ਸਕਣ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਔਰ ਖਾਸ ਦੂਜਾ ਇੱਕ ਪੱਖ ਇਹ ਵੀ ਹੈ ਕਿ ਜਿਹੜੀਆਂ ਜਨਰਿਕ ਮੈਡੀਸਿਨ ਹੈ ਉਹ ਹੋਰ ਜ਼ਿਆਦਾ ਪ੍ਰਮੋਟ ਹੋਣੀਆਂ ਚਾਹੀਦੀਆਂ। ਜਨਰਿਕ ਮੈਡੀਸਿਨ ਹੋਰ ਜ਼ਿਆਦਾ ਤਾਂ ਪ੍ਰਮੋਟ ਹੋ ਸਕਦੀਆਂ ਜੇਕਰ ਉਹਨਾਂ ਤੇ ਹੋਰ ਜ਼ਿਆਦਾ ਕੁਆਲਿਟੀ ਚੈੱਕ ਹੋਵੇ ਔਰ ਉਹਨਾਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣੇ। ਫਿਰ ਦੂਜੀਆਂ ਜਿਹੜੀਆਂ ਬ੍ਰਾਂਡਡ ਮੈਡੀਸਿਨ ਹੈ ਉਹਨਾਂ ਦੀ ਜਗ੍ਹਾ ਤੇ ਜਨਰਿਕ ਮੈਡੀਸਿਨ ਉਹਨਾਂ ਦੀ ਥਾਂ ਤਾਂ ਲੈ ਸਕਦੀਆਂ ਨੇ ਜੇਕਰ ਉਹਨਾਂ ਦਾ ਪ੍ਰੋਪਰ ਟਾਈਮ ਟੂ ਟਾਈਮ ਕੁਆਲਿਟੀ ਚੈੱਕ ਜਿਹੜਾ ਹੋਵੇ, ਲੋਕਾਂ ਦਾ ਉਹਨਾਂ 'ਚ ਫੇਥ ਬਣੇ। ਕਦੋਂ ਤੱਕ ਫਿਰ ਇਹ ਕੁਆਲਿਟੀ ਚੈੱਕ ਦੇ ਬਾਅਦ ਕਦੋਂ ਕਿੰਨੇ ਟਾਈਮ ਪੀਰੀਅਡ ਦੇ ਵਿੱਚ ਇਹ ਚੀਜ਼ਾਂ ਇੰਪਲੀਮੈਂਟ ਹੋ ਸਕਦੀਆਂ ਨੇ ਗਰਾਊਂਡ ਲੈਵਲ? ਅੱਜ ਦੀ ਜਿਹੜੀ ਮੀਟਿੰਗ ਹੈ ਉਹ ਡਿਸਕਸ਼ਨ ਸੀਗੀ। ਇਹ ਡਿਸਕਸ਼ਨ ਜਿਹੜੀ ਉਹ ਡਿਪਾਰਟਮੈਂਟ ਦੇ ਹੈਲਥ ਡਿਪਾਰਟਮੈਂਟ ਦੇ ਬੰਦੇ ਵੀ ਸੀਗੇ ਕਿ ਜੋ ਤਾਂ ਸਟੇਟ ਗਵਰਨਮੈਂਟ ਦੇ ਪਾਰਟ ਤੇ ਕਰਨ ਵਾਲਾ ਹੈ ਕੁਆਲਿਟੀ ਚੈੱਕ ਵਾਲਾ, ਉਹ ਤਾਂ ਸਟੇਟ ਗਵਰਨਮੈਂਟ ਨੇ ਸ਼ੁਰੂ ਵੀ ਆਲਰੇਡੀ ਕੀਤਾ ਹੋਇਆ ਤੇ ਅੱਗੇ ਹੋਰ ਤੇਜ਼ੀ ਨਾਲ ਇਹਨੂੰ ਕਰ ਵੀ ਲਏਗੀ। ਜਿੱਥੋਂ ਤੱਕ ਪ੍ਰਾਈਸਿੰਗ ਦੀ ਗੱਲ ਹੈ, ਪ੍ਰਾਈਸਿੰਗ ਦੇ ਵਿੱਚ ਜਿਹੜਾ ਵੱਡਾ ਰੋਲ ਹੈ ਉਹ ਨੈਸ਼ਨਲ ਲੈਵਲ ਦਾ ਹੈ, ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਦਾ। ਤੇ ਜਿਹੜੇ ਨੈਸ਼ਨਲ ਲੈਵਲ ਤੇ ਜ਼ਿਆਦਾ ਰੋਲ ਹੈ ਉਹ ਸਟੇਟ ਗਵਰਨਮੈਂਟ ਦਾ, ਉਹਦੇ 'ਚ
ਬਹੁਤ ਘੱਟ ਰੋਲ ਹੈ। ਕਿਆ ਸਟੇਟ ਗਵਰਨਮੈਂਟ ਨੂੰ ਤੁਸੀਂ ਕਹਿ ਰਹੇ ਹੋ ਕਿ ਹਾਂ ਨੈਸ਼ਨਲ ਲੈਵਲ ਤੇ ਅਪਰੋਚ ਕੀਤੀ ਜਾਏ ਤਾਂ ਕਿ ਦਵਾਈਆਂ ਜਿਹੜੀਆਂ ਨੇ ਉਹ ਫਿਕਸ ਹੋ ਸਕਣ, ਉਸ ਕ੍ਰਾਈਟੇਰੀਆ ਦੇ ਵਿੱਚ ਆ ਸਕਣ ਜਿੱਥੇ ਲੋਕਾਂ ਨੂੰ ਰਾਹਤ ਮਿਲੇ? ਬਹੁਤ ਸਾਰੇ ਮੈਂਬਰਸ ਨੇ ਇਹੀ ਰਿਕਮੈਂਡ ਕੀਤਾ ਕਿ ਮੈਂ ਕਿ ਇਹਦੇ ਬਾਰੇ ਜਿਹੜਾ ਉਹ ਉਹ ਨੈਸ਼ਨਲ ਜਿਹੜੀ ਸਾਡੀ ਗਵਰਨਮੈਂਟ ਆਫ ਇੰਡੀਆ ਹੈ ਉਹਨੂੰ ਇਹਦੇ ਬਾਰੇ ਸਟੈਪਸ ਚੱਕਣੇ ਚਾਹੀਦੇ ਆ, ਔਰ ਡਰੱਗਸ ਦੇ ਜਿਹੜੇ ਪ੍ਰਾਈਸ ਹੈ, ਮੈਡੀਸਿਨ ਦੇ ਪ੍ਰਾਈਸ ਹੈ, ਕੰਟਰੋਲ ਕਰਨ ਦੇ ਲਈ ਉਹਨਾਂ ਨੂੰ ਸਟੈਪਸ ਚੱਕਣੇ ਚਾਹੀਦੇ ਆ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੂੰ ਇਹਦੇ ਬਾਰੇ ਹੋਰ ਜ਼ਿਆਦਾ ਐਕਟਿਵ ਹੋਣਾ ਚਾਹੀਦਾ। ਕੋਈ ਲਿਖਣ ਜਾ ਰਹੇ ਹੋ ਉਹਨਾਂ ਨੂੰ ਲੈਟਰ ਵਗੈਰਾ ਜਾਂ ਕੋਈ ਅਪਰੋਚ? ਇਹ ਸਪੀਕਰ ਸਾਹਿਬ ਦੀ ਹਾਜ਼ਰੀ ਡਿਸਕਸ਼ਨ ਹੋਈ ਹੈ ਕਿ ਉਹਨੂੰ ਸੁਣਨ ਤੋਂ ਬਾਅਦ ਜੋ ਵੀ ਕਰਨਾ ਬਣਦਾ ਹੋਇਆ ਉਹ ਕੀਤਾ ਜਾਏਗਾ।